ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮਿਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਂ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। H1B ਵੀਜ਼ਾ ਵਿਵਾਦ ਤੇ ਟਰੰਪ ਦਾ ਵੱਡਾ ਬਿਆਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤ ਹੋਇਆ ਕੈਨੇਡਾ, ਭਾਰਤੀਆਂ ਬਾਰੇ ਕਹੀ ਵੱਡੀ ਗੱਲ। ਟਰੰਪ ਨੂੰ ਵੱਡਾ ਝਟਕਾ, ਇਸ ਮਾਮਲੇ 'ਚ ਅਪੀਲ ਰੱਦ, $50 ਲੱਖ ਜੁਰਮਾਨੇ ਦਾ ਹੁਕਮ ਬਰਕਰਾਰ। USA ਕ੍ਰਿਕਟ ਅੰਡਰ 19 ਮਹਿਲਾ ਟੀਮ ਪੂਰੀ ਤਰ੍ਹਾਂ ਦੇਸੀ। ਯਮਨ 'ਚ ਨਿਮਿਸ਼ਾ ਨੂੰ ਮੌਤ ਦੀ ਸਜ਼ਾ, ਭਾਰਤ ਸਰਕਾਰ ਨੇ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ। ਕਿੰਗ ਚਾਰਲਸ ਦੇ ਸਨਮਾਨਾਂ ਦੀ ਸੂਚੀ ਵਿੱਚ ਭਾਰਤੀ ਮੂਲ ਦੇ ਨੇਤਾ ਸ਼ਾਮਿਲ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕੰਪਨੀਆਂ ਦੇ ਖਾਸ ਕਾਰੋਬਾਰਾਂ 'ਚ ਭਾਰਤੀਆਂ ਸਮੇਤ ਵਿਦੇਸ਼ੀ ਪ੍ਰਵਾਸੀਆਂ ਦੀਆਂ ਨੌਕਰੀਆਂ ਲਈ ਜ਼ਰੂਰੀ H1B ਵੀਜ਼ਾ ਦੇ ਮੁੱਦੇ ਤੇ ਇੱਕ ਵਾਰ ਫਿਰ ਆਪਣਾ ਰੁਖ ਸਪਸ਼ਟ ਕੀਤਾ ਹੈ। ਨਵੇਂ ਸਾਲ ਦੀ ਪੂਰਵ ਸੰਧਿਆ 2025 ਤੇ ਆਪਣੇ ਮਾਰੇ-ਲਾਗੋ ਰਿਜ਼ੋਰਟ ਤੇ ਬੋਲਦਿਆਂ ਟਰੰਪ ਨੇ ਕਿਹਾ ਕਿ ਉਹਨਾਂ ਨੇ ਇਸ ਮੁੱਦੇ ਤੇ ਆਪਣਾ ਰੁਖ ਨਹੀਂ ਬਦਲਿਆ ਹੈ। ਹੁਨਰਮੰਦ ਕਾਮਿਆਂ ਦੀ ਲੋੜ ਤੇ ਜ਼ੋਰ ਦਿੰਦਿਆਂ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਸਮਾਰਟ ਲੋਕਾਂ ਦੀ ਲੋੜ ਹੈ। ਇਸ ਤੋਂ ਪਹਿਲਾਂ ਵੀ ਉਹ ਇਸ ਵੀਜ਼ਾ ਪ੍ਰੋਗਰਾਮ ਲਈ ਸਮਰਥਨ ਜ਼ਾਹਰ ਕਰ ਚੁੱਕੇ ਹਨ। ਉਹਨਾਂ ਨੇ ਇਸ ਨੂੰ ਸ਼ਾਨਦਾਰ ਪ੍ਰੋਗਰਾਮ ਦੱਸਿਆ ਸੀ। ਟਰੰਪ ਨੇ ਕਿਹਾ ਕਿ ਉਹ ਹਮੇਸ਼ਾ ਮਹਿਸੂਸ ਕਰਦੇ ਹਨ ਕਿ ਸਾਡੇ ਦੇਸ਼ 'ਚ ਸਭ ਤੋਂ ਕਾਬਲ ਲੋਕ ਹੋਣੇ ਚਾਹੀਦੇ ਹਨ। ਸਾਨੂੰ ਕਾਬਲ ਲੋਕਾਂ ਦੀ ਲੋੜ ਹੈ। ਸਾਡੇ ਦੇਸ਼ ਵਿੱਚ ਆਉਣ ਵਾਲੇ ਲੋਕਾਂ ਵਿੱਚ ਸਾਨੂੰ ਸਮਾਰਟ ਲੋਕਾਂ ਦੀ ਲੋੜ ਹੈ। ਸਾਨੂੰ ਬਹੁਤ ਸਾਰੇ ਲੋਕਾਂ ਦੀ ਲੋੜ ਹੈ। ਸਾਡੇ ਕੋਲ ਅਜਿਹੀਆਂ ਨੌਕਰੀਆਂ ਹੋਣਗੀਆਂ ਜੋ ਪਹਿਲਾਂ ਕਦੇ ਨਹੀਂ ਸਨ। ਹਾਲਾਂਕਿ ਰਾਸ਼ਟਰਪਤੀ ਵਜੋਂ ਟਰੰਪ ਦੇ ਪਹਿਲੇ ਕਾਰਜਕਾਲ ਦੀ ਤੁਲਨਾ ਵਿੱਚ H1B ਵੀਜ਼ਾ ਪ੍ਰੋਗਰਾਮ ਤੇ ਉਹਨਾਂ ਦਾ ਰੁਖ ਬਦਲਿਆ ਜਾਪਦਾ ਹੈ। ਇਹ ਉਦੋਂ ਹੈ ਜਦੋਂ ਮੇਗਾ ਯਾਨੀ ਮੇਕ ਅਮਰੀਕਾ ਗ੍ਰੇਟ ਅਗੇਨ ਕੈਂਪ ਦੇ ਕੁਝ ਦਿੱਗਜ ਸਮਰਥਕਾਂ ਨੇ ਇਸ ਵੀਜ਼ੇ ਤੇ ਇਤਰਾਜ਼ ਉਠਾਇਆ ਹੈ। ਕਈ ਟਰੰਪ ਸਮਰਥਕ H1B ਵੀਜ਼ਾ ਪ੍ਰੋਗਰਾਮ ਨੂੰ ਅਮਰੀਕੀ ਨੌਕਰੀਆਂ ਲਈ ਖਤਰਾ ਮੰਨਦੇ ਹਨ। ਅਮਰੀਕਾ 'ਚ ਇਮੀਗ੍ਰੇਸ਼ਨ ਮੁੱਦਿਆਂ ਤੇ ਚੱਲ ਰਹੀ ਬਹਿਸ ਵਿਚਕਾਰ ਟਰੰਪ ਦੇ ਕਈ ਸਮਰਥਕ H1B ਵੀਜ਼ਾ ਪ੍ਰੋਗਰਾਮ ਨੂੰ ਖਤਮ ਕਰਨ ਤੇ ਜ਼ੋਰ ਦੇ ਰਹੇ ਹਨ। ਇਹ ਮਾਮਲਾ ਉਦੋਂ ਗਰਮਾ ਗਿਆ ਜਦੋਂ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਭਾਰਤੀ ਅਮਰੀਕੀ ਉਦਯੋਗਪਤੀ ਸ਼੍ਰੀ ਰਾਮ ਕ੍ਰਿਸ਼ਨਨ ਨੂੰ ਆਪਣੇ ਪ੍ਰਸ਼ਾਸਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਲਾਹਕਾਰ ਵਜੋਂ ਚੁਣਿਆ। ਦੱਖਣ-ਪੰਥੀ ਪ੍ਰਭਾਵਕ ਲੋਰਾ ਲੂਮਰ ਨੇ ਸ਼੍ਰੀ ਰਾਮ ਕ੍ਰਿਸ਼ਨਨ ਦੀ ਨਿਯੁਕਤੀ ਦੀ ਐਨ ਕੁਲਟਰ ਅਤੇ ਸਾਬਕਾ ਅਮਰੀਕੀ ਕਾਂਗਰਸ ਮੈਂਬਰ ਮੈਟ ਗੈਟਸ ਵਰਗੇ ਸੱਜੇ ਪੱਖੀ ਵਿਚਾਰਧਾਰਕਾਂ ਦੇ ਨਾਲ ਆਲੋਚਨਾ ਕੀਤੀ। ਲੋਰਾ ਲੂਮਰ ਨੇ ਤਕਨੀਕੀ ਅਰਬਪਤੀਆਂ ਐਲੋਨ ਮਸਕ ਅਤੇ ਰਾਮਾਸਵਾਮੀ ਤੇ ਅਮਰੀਕੀ ਮਜ਼ਦੂਰ ਹਿੱਤਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਵੀ ਲਗਾਇਆ। ਉਧਰ ਵਿਵੇਕ ਰਾਮਾਸਵਾਮੀ ਨੇ ਉੱਚ ਹੁਨਰਮੰਦ ਵਿਅਕਤੀਆਂ ਤੇ ਧਿਆਨ ਕੇਂਦਰਿਤ ਕਰਨ ਲਈ H1B ਵੀਜ਼ਾ ਪ੍ਰੋਗਰਾਮ ਦੀ ਵਕਾਲਤ ਕੀਤੀ ਹੈ, ਜਦਕਿ ਐਲੋਨ ਮਸਕ ਨੇ ਇਸ ਵੀਜ਼ੇ ਦਾ ਸਮਰਥਨ ਕੀਤਾ ਹੈ ਪਰ ਇਸ ਦੇ ਸਿਸਟਮ ਨੂੰ ਟੁੱਟਿਆ ਹੋਇਆ ਕਰਾਰ ਦਿੱਤਾ ਹੈ। ਉਹਨਾਂ ਨੇ ਇਸ ਵਿੱਚ ਵੱਡੇ ਬਦਲਾਅ ਦੀ ਲੋੜ ਜ਼ਾਹਰ ਕੀਤੀ ਹੈ। H1B ਵੀਜ਼ਾ ਇੱਕ ਵਿਸ਼ੇਸ਼ ਕਿਸਮ ਦਾ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਵਿਦੇਸ਼ੀ ਪੇਸ਼ੇਵਰਾਂ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਵੀਜ਼ਾ ਮੁੱਖ ਤੌਰ ਤੇ ਤਕਨੀਕੀ ਖੇਤਰਾਂ ਜਿਵੇਂ ਕਿ IT, ਇੰਜੀਨੀਅਰਿੰਗ ਅਤੇ ਸਿਹਤ ਸੇਵਾਵਾਂ ਵਿੱਚ ਵਰਤਿਆ ਜਾਂਦਾ ਹੈ। H1B ਵੀਜ਼ਾ ਭਾਰਤੀ ਪੇਸ਼ੇਵਰਾਂ ਲਈ ਇੱਕ ਮਹੱਤਵਪੂਰਨ ਮੌਕਾ ਹੈ ਕਿਉਂਕਿ ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ ਇਸ ਵੀਜ਼ੇ ਰਾਹੀਂ ਅਮਰੀਕਾ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਅਪਲਾਈ ਕਰਦੇ ਹਨ। ਰਿਪੋਰਟਾਂ ਮੁਤਾਬਕ H1B ਵੀਜ਼ਾ ਧਾਰਕਾਂ 'ਚ ਭਾਰਤੀ ਪੇਸ਼ੇਵਰਾਂ ਦੀ ਵੀ ਅਹਿਮ ਹਿੱਸੇਦਾਰੀ ਹੈ। 2023 ਵਿੱਚ ਜਾਰੀ ਕੀਤੇ ਗਏ ਸਾਰੇ H1B ਵੀਜ਼ਾ ਵਿੱਚੋਂ 72% ਭਾਰਤੀ ਨਾਗਰਿਕਾਂ ਲਈ ਸਨ। ਇਸ ਲਈ H1B ਵੀਜ਼ਾ ਤੇ ਡੋਨਾਲਡ ਟਰੰਪ ਦਾ ਇਹ ਬਿਆਨ ਭਾਰਤੀਆਂ ਲਈ ਰਾਹਤ ਵਾਲਾ ਹੋ ਸਕਦਾ ਹੈ। ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਕੋਈ ਕਾਰਵਾਈ ਨਾ ਕਰਨ ਕਰਕੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ। ਇਸ ਧਮਕੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਸਨ। ਹਾਲ ਹੀ ਵਿੱਚ ਕੈਨੇਡਾ ਨੇ ਕਿਹਾ ਹੈ ਕਿ ਉਸਨੇ ਅਮਰੀਕਾ ਵਿੱਚ ਭਾਰਤੀ ਨਾਗਰਿਕਾਂ ਦੇ ਗੈਰ ਕਾਨੂੰਨੀ ਪ੍ਰਵਾਸ ਨੂੰ ਘਟਾਉਣ ਦੇ ਲਈ ਕਾਰਵਾਈ ਕੀਤੀ ਹੈ। ਹਿੰਦੁਸਤਾਨ ਟਾਈਮਜ਼ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਬੁਲਾਰੇ ਨੇ ਇੱਕ ਈਮੇਲ ਵਿੱਚ ਕਿਹਾ ਕਿ ਭਾਰਤੀ ਨਾਗਰਿਕ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਦਾ ਸਭ ਤੋਂ ਵੱਡਾ ਸਮੂਹ ਸੀ ਅਤੇ ਸਾਡੀ ਤੁਰੰਤ ਕਾਰਵਾਈ ਕਾਰਨ ਇਹ ਗਿਣਤੀ ਵੀ ਕਾਫੀ ਘਟ ਗਈ ਹੈ। IRCC ਦੇ ਬੁਲਾਰੇ ਨੇ ਕਿਹਾ ਕਿ ਜਿਵੇਂ ਹੀ ਸਾਨੂੰ ਸੰਯੁਕਤ ਰਾਜ ਨਾਲ ਸਾਡੀ ਸਾਂਝੀ ਸਰਹੱਦ ਤੇ ਪ੍ਰਭਾਵ ਸਮੇਤ ਸਾਡੇ ਸਿਸਟਮਾਂ ਦੀ ਦੁਰਵਰਤੋਂ ਬਾਰੇ ਪਤਾ ਲੱਗਿਆ, ਉਹਨਾਂ ਨੇ ਕਾਰਵਾਈ ਕੀਤੀ।
ਸਾਡੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਜੂਨ 2024 ਤੱਕ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਕੈਨੇਡੀਅਨਸ ਪਰਮਿਟ ਵੀਜ਼ਾ ਧਾਰਕਾਂ ਦੀ ਗਿਣਤੀ ਵਿੱਚ 84% ਦੀ ਕਮੀ ਆਈ ਹੈ। ਇਸ ਦੇ ਇਲਾਵਾ ਬਾਕੀ ਦੇਸ਼ਾਂ ਦੇ ਪ੍ਰਵਾਸੀਆਂ ਵਿੱਚ ਵੀ 61% ਦੀ ਕਮੀ ਆਈ ਹੈ। ਬੁਲਾਰੇ ਨੇ ਵੀ ਕਿਹਾ ਕਿ ਜਿਨ੍ਹਾਂ ਦੇਸ਼ਾਂ ਵਿੱਚ ਅਸੀਂ ਦੁਰਵਿਵਹਾਰ ਦੇ ਸਭ ਤੋਂ ਉੱਚੇ ਪੱਧਰ ਨੂੰ ਦੇਖ ਰਹੇ ਹਾਂ, ਉਹਨਾਂ ਲਈ ਵੀਜ਼ਾ ਇਨਕਾਰ ਕਰਨ ਦੀ ਗਿਣਤੀ ਵਿੱਚ ਵੀ 61% ਦਾ ਵਾਧਾ ਹੋਇਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਤੇ ਤਾਜ਼ਾ ਅੰਕੜਿਆਂ ਮੁਤਾਬਕ ਉੱਤਰੀ ਸੀਮਾ ਤੇ ਪਿਛਲੇ ਸਾਲ ਅਕਤੂਬਰ ਅਤੇ ਨਵੰਬਰ 'ਚ ਉੱਤਰੀ ਸਰਹੱਦ ਤੇ ਹੋਏ ਮੁਕਾਬਲਿਆਂ ਦੌਰਾਨ ਕੁੱਲ 27,610 ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਸਾਹਮਣਾ ਕੀਤਾ ਗਿਆ ਸੀ, ਜਿਨ੍ਹਾਂ ਚੋਂ 7,113 ਭਾਰਤੀ ਨਾਗਰਿਕ ਸਨ, ਜੋ ਕੁੱਲ ਗਿਣਤੀ ਦਾ 25% ਤੋਂ ਵੱਧ ਹੈ। ਰਿਪੋਰਟ ਅਨੁਸਾਰ ਹਾਲ ਹੀ ਵਿੱਚ ਭਾਰਤ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਨੇ ਇੱਕ ਬਿਆਨ ਵਿੱਚ ਦੋਸ਼ ਲਗਾਇਆ ਹੈ ਕਿ ਉਸਦੇ ਅਹਿਮਦਾਬਾਦ ਦਫ਼ਤਰ ਦੇ ਅਧਿਕਾਰੀਆਂ ਨੇ ਭਾਵੇਸ਼ ਅਸ਼ੋਕ ਭਾਈ ਪਟੇਲ ਅਤੇ ਹੋਰਾਂ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਮੁੰਬਈ, ਨਾਗਪੁਰ, ਗਾਂਧੀਨਗਰ ਅਤੇ ਵਡੋਦਰਾ ਵਿੱਚ 8 ਥਾਵਾਂ ਤੇ ਤਲਾਸ਼ੀ ਲਈ ਸੀ। ਇਸ ਦਾ ਉਦੇਸ਼ ਗੈਰ ਕਾਨੂੰਨੀ ਚੈਨਲਾਂ ਰਾਹੀਂ ਪੀੜਤਾਂ ਵਿਅਕਤੀਆਂ ਨੂੰ ਅਮਰੀਕਾ ਵਿੱਚ ਤਸਕਰੀ ਕਰਨ ਦੀ ਯੋਜਨਾਬੱਧ ਸਾਜ਼ਿਸ਼ ਰਚਨਾ ਸੀ, ਜਿਸ ਨਾਲ ਮਨੁੱਖੀ ਤਸਕਰੀ ਦੇ ਅਪਰਾਧ ਨੂੰ ਅੰਜਾਮ ਦਿੱਤਾ ਗਿਆ ਸੀ। ਈਡੀ ਨੇ ਵੀ ਦੋਸ਼ ਲਾਇਆ ਕਿ ਇਸ ਕਾਰਵਾਈ ਵਿੱਚ ਕੈਨੇਡੀਅਨ ਸੰਸਥਾਵਾਂ ਦੀ ਮਿਲੀਭਗਤ ਸੀ। ਈਡੀ ਨੇ ਕਿਹਾ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਕੈਨੇਡਾ ਸਥਿਤ 112 ਕਾਲਜਾਂ ਨੇ ਇੱਕ ਇਕਾਈ ਨਾਲ ਅਤੇ 150 ਤੋਂ ਵੱਧ ਕਾਲਜਾਂ ਨੇ ਦੂਜੀ ਇਕਾਈ ਨਾਲ ਸਮਝੌਤਾ ਕੀਤਾ ਹੈ। ਇਸ ਮਾਮਲੇ 'ਚ ਉਹਨਾਂ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜਾਂਚ 19 ਜਨਵਰੀ 2022 ਨੂੰ ਅਮਰੀਕੀ ਸਰਹੱਦ ਨੇੜੇ ਮੈਨੀਟੋਬਾ ਸੂਬੇ 4 ਭਾਰਤੀ ਨਾਗਰਿਕਾਂ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਸੀ, ਜਦੋਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਰਿਪੋਰਟ ਦੇ ਮੁਤਾਬਕ ਮਾਹਰ ਮਨੁੱਖੀ ਤਸਕਰੀ ਸੰਕਟ ਲਈ ਸਰਕਾਰ ਅਤੇ ਕਾਲਜਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਅਮਰੀਕਾ ਦੀ ਇੱਕ ਅਪੀਲ ਅਦਾਲਤ ਨੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਟਰੰਪ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ ਅਤੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਜਿਸ ਵਿੱਚ ਉਹਨਾਂ ਨੂੰ ਜਿਨਸੀ ਸ਼ੋਸ਼ਣ ਅਤੇ ਮਾਨਹਾਨੀ ਲਈ ਲੇਖਕ ਜੀਨ ਕੈਰੋਲ ਨੂੰ 50 ਲੱਖ ਅਮਰੀਕੀ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ। ਇੱਕ ਜਿਊਰੀ ਨੇ ਪਿਛਲੇ ਸਾਲ 9 ਦਿਨਾਂ ਤੱਕ ਚਲੇ ਸਿਵਲ ਮੁਕੱਦਮੇ ਤੋਂ ਬਾਅਦ ਟਰੰਪ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਇਹ ਹੁਕਮ ਦਿੱਤਾ ਸੀ। ਟਰੰਪ ਨੇ ਇਸ ਵਿਰੁੱਧ ਅਪੀਲ ਕੀਤੀ ਸੀ, ਪਰ ਹੁਣ ਉਹਨਾਂ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਟਰੰਪ ਦੇ ਖਿਲਾਫ ਇਹ ਫੈਸਲਾ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਉਹ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ 'ਚ ਸਹੁੰ ਚੁੱਕਣ ਦੀ ਤਿਆਰੀ ਕਰ ਰਹੇ ਹਨ। ਯੂਐਸ ਸਰਕਟ ਅਪੀਲ ਕੋਰਟ ਨੇ ਫੈਸਲੇ ਦੇ ਵਿੱਚ ਜੀਨ ਕੈਰੋਲ ਦੇ ਮਾਨਹਾਨੀ ਅਤੇ ਜਿਨਸੀ ਸ਼ੋਸ਼ਣ ਲਈ ਮੈਨਹਟਨ ਜਿਊਰੀ ਵੱਲੋਂ ਟਰੰਪ ਤੇ ਲਗਾਏ ਗਏ 50 ਲੱਖ ਅਮਰੀਕੀ ਡਾਲਰ ਦੇ ਹਰਜਾਨੇ ਨੂੰ ਬਰਕਰਾਰ ਰੱਖਿਆ ਹੈ। ਇੱਕ ਮੈਗਜ਼ੀਨ ਦੇ ਕੈਰੋਲ ਨੇ 2023 ਦੇ ਇੱਕ ਮੁਕੱਦਮੇ ਵਿੱਚ ਗਵਾਹੀ ਦਿੱਤੀ ਸੀ ਕਿ 1996 ਵਿੱਚ ਇੱਕ ਦੋਸਤਾਨਾ ਮੁਲਾਕਾਤ ਦੌਰਾਨ ਟਰੰਪ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ, ਜਦੋਂ ਖੇਡ ਵਿੱਚ ਸਟੋਰ ਦੇ ਡਰੈਸਿੰਗ ਰੂਮ ਵਿੱਚ ਦਾਖਲ ਹੋ ਗਏ। ਟਰੰਪ ਨੇ ਵਾਰ-ਵਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਯੂਐਸਏ ਕ੍ਰਿਕਟ ਨੇ 20 ਦਸੰਬਰ 2024 ਨੂੰ ਮਲੇਸ਼ੀਆ ਦੇ ਵਿੱਚ ਹੋਣ ਵਾਲੇ ICC ਅੰਡਰ 19 ਮਹਿਲਾ T20 ਵਿਸ਼ਵ ਕੱਪ ਲਈ ਆਪਣੀ 15 ਖਿਡਾਰੀਆਂ ਦੀ ਟੀਮ ਦਾ ਐਲਾਨ ਕੀਤਾ ਹੈ ਅਤੇ ਇਸਨੇ ਆਨਲਾਈਨ ਭਾਈਚਾਰੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਰਿਜ਼ਰਵਸ ਵਿੱਚ ਚੁਣੀ ਗਈ ਹਰ ਖਿਡਾਰੀ ਭਾਰਤੀ ਅਮਰੀਕੀ ਮੂਲ ਦੀ ਹੈ। ਇਹ ਐਲਾਨ ਉਦੋਂ ਆਇਆ ਹੈ ਜਦੋਂ ਅਮਰੀਕਾ ਖੇਤਰ ਤੋਂ ਕੁਆਲੀਫਾਈ ਕਰਕੇ ਵਿਸ਼ਵ ਕੱਪ ਵਿੱਚ ਆਪਣੀ ਲਗਾਤਾਰ ਦੂਜੀ ਵਾਰ ਮੌਜੂਦਗੀ ਲਈ ਤਿਆਰ ਹੈ। ਟੀਮ ਦੀ ਚੋਣ ਫਲੋਰੀਡਾ ਵਿੱਚ ਇੱਕ ਪ੍ਰਤੀਯੋਗੀ ਹਫ਼ਤੇ ਲੰਬੇ ਸਿਖਲਾਈ ਕੈਂਪ ਤੋਂ ਬਾਅਦ ਕੀਤੀ ਗਈ ਸੀ, ਜਿੱਥੇ 26 ਮੈਂਬਰੀ ਸਿਖਲਾਈ ਟੀਮ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਟੀਮ 2023 ਵਿਸ਼ਵ ਕੱਪ ਤੋਂ ਆਪਣੇ ਤਜਰਬੇ ਦੇ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਵਿੱਚ ਨੌਜਵਾਨਾਂ ਅਤੇ ਤਜਰਬੇ ਦਾ ਮਜ਼ਬੂਤ ਮਿਸ਼ਰਣ ਹੈ। ਇਸ ਸ਼ਾਨਦਾਰ ਟੀਮ ਦੀ ਅਗਵਾਈ ਅਨਿਕਾ ਕੋਲਾਨ ਕਪਤਾਨ ਵਜੋਂ ਅਤੇ ਅਦਿਤਿਬਾ ਚੁਦਾਸਮਾ ਉਪ ਕਪਤਾਨ ਵਜੋਂ ਕਰਨਗੇ। ਅਨਿਕਾ ਕੋਲਾਨ, ਜੋ ਕਿ ਸੰਯੁਕਤ ਰਾਜ ਅਮਰੀਕਾ ਦੀ ਸੱਜੇ ਹੱਥ ਦੀ ਵਿਕਟਕੀਪਰ ਬੱਲੇਬਾਜ਼ ਹੈ, ਆਪਣੀ ਕਪਤਾਨੀ ਜਾਰੀ ਰੱਖੇਗੀ। ਇੱਕ ਸੱਜੇ ਹੱਥ ਦੀ ਵਿਕਟਕੀਪਰ ਬੱਲੇਬਾਜ਼, ਉਸਨੇ ਘਰੇਲੂ ਮੁਕਾਬਲਿਆਂ ਵਿੱਚ ਸੈਨ ਰੈਮਨ ਕ੍ਰਿਕਟ ਅਕੈਡਮੀ ਅਤੇ ਮੇਜਰ ਲੀਗ ਕ੍ਰਿਕਟ ਅਕੈਡਮੀ ਦੀ ਨੁਮਾਇੰਦਗੀ ਕੀਤੀ ਹੈ। ਅਮਰੀਕਾ ਦੇ ਕ੍ਰਿਕਟ ਮਾਰਗਾਂ ਤੋਂ ਗ੍ਰੈਜੂਏਟ ਕੋਲਾਨ ਆਪਣੇ ਪਰਿਵਾਰ, ਖਾਸ ਕਰਕੇ ਉਸਦੇ ਮਾਪਿਆਂ ਅਤੇ ਭਰਾ ਦੇ ਭਾਰੀ ਸਮਰਥਨ ਦੁਆਰਾ ਪ੍ਰੇਰਿਤ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਸਦੀ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਦਿਤਿਬਾ ਚੁਦਾਸਮਾ ਦੱਖਣੀ ਬ੍ਰੰਸਵਿਕ, ਨਿਊ ਜਰਸੀ ਦੀ ਇੱਕ ਆਫ ਸਪਿਨ ਗੇਂਦਬਾਜ਼ ਉਪ ਕਪਤਾਨ ਦੀ ਭੂਮਿਕਾ ਨਿਭਾਏਗੀ। ਪਿਆਰ ਨਾਲ ਬਾਹ ਵਜੋਂ ਵੀ ਜਾਣੀ ਜਾਂਦੀ ਚੁਦਾਸਮਾ ਦੱਖਣੀ ਬ੍ਰੰਸਵਿਕ, ਨਿਊ ਜਰਸੀ ਦੀ ਇੱਕ ਆਫ ਸਪਿਨ ਗੇਂਦਬਾਜ਼ ਹੈ। ਟੀਮ ਦੇ ਹੋਰ ਖਿਡਾਰੀਆਂ ਵਿੱਚ ਚੇਤਨਾ ਰੈਡੀ,
दिशा टिंगरा, ईशानी महेश वाघेला, ऋतुप्रिया सिंह, लेखा हनुमंत शेट्टी, माही माधवन, निखर पिंकू, पूजा गणेश, पूजा शाह, सानवी इमादी, साशा वल्लभ नैनी ਅਤੇ सुहानी थडानी रिजर्व, मिताली पटवर्धन, ਤਰਨੁਮ ਚੋਪੜਾ ਅਤੇ ਵਰਸ਼ਿਤਾ ਜੰਬੂਲਾ ਸ਼ਾਮਲ ਹਨ। ਇਹਨਾਂ ਵਿੱਚੋਂ ਕਈ ਖਿਡਾਰੀ ਦਿਸ਼ਾ ਟਿੰਗਰਾ ਤੇ ਈਸਾਨੀ ਵਾਘੇਲਾ ਸਮੇਤ ਸੀਨੀਅਰ ਰਾਸ਼ਟਰੀ ਟੀਮ ਵਿੱਚ ਨਿਯਮਿਤ ਬਣ ਗਏ ਹਨ। ਟੀਮ ਦੀ ਤਿਆਰੀ ਵਿੱਚ ਪਿਛਲੇ ਸਾਲ ਦੇ ਸ਼ੁਰੂ ਵਿੱਚ ਵੈਸਟ ਇੰਡੀਜ਼ ਦਾ ਦੌਰਾ ਸ਼ਾਮਲ ਸੀ, ਜਿੱਥੇ ਟੀਮ ਨੇ ਵੈਸਟ ਇੰਡੀਜ਼ ਦੀ ਅੰਡਰ 19 ਟੀਮ ਦੇ ਖਿਲਾਫ 5 ਮੈਚਾਂ ਦੀ ਲੜੀ ਖੇਡੀ ਸੀ। ਅਮਰੀਕਾ ਨੇ 2 ਮੈਚ ਜਿੱਤੇ, ਜਿਸ ਵਿੱਚ ਆਖਰੀ ਮੈਚ ਵਿੱਚ 7 ਵਿਕਟਾਂ ਦੀ ਸ਼ਾਨਦਾਰ ਜਿੱਤ ਸ਼ਾਮਲ ਸੀ, ਜਿਸ ਵਿੱਚ ਇੱਕ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। USA ਕ੍ਰਿਕਟ ਮਹਿਲਾ ਦੇ ਮੁੱਖ ਕੋਚ ਹਿਲਟਨ ਮੋਰੇਂਗ ਨੇ ਟੀਮ ਦੀ ਤਰੱਕੀ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿਹਾ, ਅਸੀਂ ਖਿਡਾਰੀਆਂ ਦੁਆਰਾ ਕੀਤੀ ਗਈ ਤਰੱਕੀ ਤੋਂ ਬਹੁਤ ਖੁਸ਼ ਹਾਂ, ਖਾਸ ਕਰਕੇ ਵੈਸਟ ਇੰਡੀਜ਼ ਦੌਰੇ ਤੋਂ ਬਾਅਦ। ਨਿਮਿਸ਼ਾ ਪ੍ਰਿਆ ਨੂੰ ਯਮਨ ਦੇ ਨੌਜਵਾਨ ਦੀ ਹੱਤਿਆ ਦੇ ਮਾਮਲੇ 'ਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਯਮਨ ਦੇ ਰਾਸ਼ਟਰਪਤੀ ਰਸ਼ਦ ਅਲ ਅਲੀਮੀ ਨੇ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਨਿਮਿਸ਼ਾ ਨੂੰ 1 ਮਹੀਨੇ ਵਿੱਚ ਫਾਂਸੀ ਦਿੱਤੀ ਜਾਣੀ ਹੈ। ਉਦੋਂ ਤੋਂ ਭਾਰਤ ਸਰਕਾਰ ਨੇ ਵੀ ਨਿਮਿਸ਼ਾ ਦੀ ਸਜ਼ਾ ਮਾਫ ਕਰਵਾਉਣ ਦੇ ਲਈ ਯਤਨ ਤੇਜ਼ ਕਰ ਦਿੱਤੇ ਹਨ। ਯਮਨ ਵਿੱਚ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਨੂੰ ਦਿੱਤੀ ਮੌਤ ਦੀ ਸਜ਼ਾ ਦੇ ਮਾਮਲੇ ਵਿੱਚ ਭਾਰਤ ਸਰਕਾਰ ਨੇ ਇੱਕ ਵਾਰ ਫਿਰ ਮਦਦ ਦਾ ਭਰੋਸਾ ਦਿੱਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਐਕਸ ਤੇ ਕੀਤੀ ਗਈ ਪੋਸਟ ਕਿਹਾ ਗਿਆ ਕਿ ਸਰਕਾਰ ਇਸ ਮਾਮਲੇ 'ਚ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਨੂੰ ਯਮਨ ਦੇ ਨੌਜਵਾਨ ਦੀ ਹੱਤਿਆ ਦੇ ਮਾਮਲੇ 'ਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਯਮਨ ਦੇ ਰਾਸ਼ਟਰਪਤੀ ਰਸ਼ਦ ਅਲ ਅਲੀਮੀ ਨੇ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਨਿਮਿਸ਼ਾ ਨੂੰ 1 ਮਹੀਨੇ ਵਿੱਚ ਫਾਂਸੀ ਦਿੱਤੀ ਜਾਣੀ ਹੈ। ਉਦੋਂ ਤੋਂ ਭਾਰਤ ਸਰਕਾਰ ਨੇ ਵੀ ਨਿਮਿਸ਼ਾ ਦੀ ਸਜ਼ਾ ਮਾਫ ਕਰਵਾਉਣ ਦੇ ਲਈ ਯਤਨ ਤੇਜ਼ ਕਰ ਦਿੱਤੇ ਹਨ। ਕਿਹਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਇਸ ਮਾਮਲੇ 'ਚ ਯਮਨ ਸਰਕਾਰ ਨਾਲ ਗੱਲ ਕਰ ਸਕਦੀ ਹੈ। ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਕੋਲੇਨਗੋਡ ਦੀ ਰਹਿਣ ਵਾਲੀ ਨਰਸ ਨਿਮਿਸ਼ਾ ਪ੍ਰਿਆ 2008 ਵਿੱਚ ਆਪਣੇ ਮਾਤਾ-ਪਿਤਾ ਦੀ ਮਦਦ ਨਾਲ ਯਮਨ ਗਈ ਸੀ। ਉੱਥੇ ਉਸਨੇ ਕਈ ਹਸਪਤਾਲਾਂ ਵਿੱਚ ਕੰਮ ਕੀਤਾ। ਸਾਲ 2011 ਵਿੱਚ ਉਹ ਭਾਰਤ ਵਾਪਸ ਆਈ ਅਤੇ ਕੇਰਲ ਦੇ ਟਾਮੀ ਥਾਮਸ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਪਤੀ ਪਤਨੀ ਯਮਨ ਵਾਪਸ ਆ ਗਏ। ਨਿਮਿਸ਼ਾ ਨੇ ਯਮਨ ਵਿੱਚ ਫਿਰ ਤੋਂ ਨਰਸਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਇੱਕ ਬੇਟੀ ਨੂੰ ਵੀ ਜਨਮ ਦਿੱਤਾ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਨਿਮਿਸ਼ਾ ਦੀ ਮਦਦ ਦਾ ਭਰੋਸਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਨਰਸ ਪ੍ਰਿਆ ਨੂੰ ਪੂਰੀ ਸਹਾਇਤਾ ਪ੍ਰਦਾਨ ਕਰੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਨਿਮਿਸ਼ਾ ਪ੍ਰਿਆ ਦੇ ਮਾਮਲੇ ਤੋਂ ਜਾਣੂ ਹਾਂ। ਪ੍ਰਿਆ ਦਾ ਪਰਿਵਾਰ ਕਈ ਵਿਕਲਪਾਂ ਤੇ ਵਿਚਾਰ ਕਰ ਰਿਹਾ ਹੈ। ਸਰਕਾਰ ਇਸ ਮਾਮਲੇ ਵਿੱਚ ਹਰ ਸੰਭਵ ਮਦਦ ਕਰ ਰਹੀ ਹੈ। ਅਸੀਂ ਹਰ ਤਰ੍ਹਾਂ ਦੀ ਕਾਨੂੰਨੀ ਮਦਦ ਪ੍ਰਦਾਨ ਕਰਾਂਗੇ। ਇਸੇ ਤਰ੍ਹਾਂ ਤੁਸੀਂ ਮਾਫੀ ਪ੍ਰਾਪਤ ਕਰ ਸਕਦੇ ਹੋ। ਯਮਨ ਦੇ ਕਾਨੂੰਨ ਅਨੁਸਾਰ ਪ੍ਰਿਆ ਲਈ ਮੌਤ ਦੀ ਸਜ਼ਾ ਤੋਂ ਬਚਣ ਦਾ ਇੱਕੋ ਇੱਕ ਰਸਤਾ ਮ੍ਰਿਤਕ ਦੇ ਪਰਿਵਾਰ ਨੂੰ ਬਲੱਡ ਮਨੀ ਦੇ ਕੇ ਮਾਫੀ ਪ੍ਰਾਪਤ ਕਰਨਾ ਹੈ। ਇਸ ਲਈ ਪ੍ਰਿਆ ਦੀ ਮਾਂ ਯਮਨ 'ਚ ਹੈ। ਪ੍ਰਿਆ ਨੂੰ ਬਚਾਉਣ ਦੇ ਲਈ ਸੇਵ ਨਿਮਿਸ਼ਾ ਪ੍ਰਿਆ ਐਕਸ਼ਨ ਕੌਂਸਲ ਦਾ ਗਠਨ ਕੀਤਾ ਗਿਆ ਹੈ। ਕੌਂਸਲ ਮੁਤਾਬਕ ਨਿਮਿਸ਼ਾ ਦੀ ਰਿਹਾਈ ਸੰਬੰਧੀ ਗੱਲਬਾਤ ਸ਼ੁਰੂ ਕਰਨ ਲਈ ਪਹਿਲਾਂ $40,000 ਦਿੱਤੇ ਜਾਣੇ ਸਨ। ਇਹ ਰਕਮ ਵਿਦੇਸ਼ ਮੰਤਰਾਲੇ ਰਾਹੀਂ ਯਮਨ ਸਥਿਤ ਭਾਰਤੀ ਦੂਤਾਵਾਸ ਨੂੰ ਦਿੱਤੀ ਜਾਵੇਗੀ। ਕਿੰਗ ਚਾਰਲਸ ਦੀ 2025 ਨਵੇਂ ਸਾਲ ਦੀ ਸਨਮਾਨ ਸੂਚੀ ਵਿੱਚ 30 ਤੋਂ ਵੱਧ ਭਾਰਤੀ ਮੂਲ ਦੇ ਪੇਸ਼ੇਵਰਾਂ ਨੂੰ ਮਾਨਤਾ ਦਿੱਤੀ ਜਾਵੇਗੀ, ਜਿਸ ਦਾ ਉਦਘਾਟਨ 27 ਦਸੰਬਰ 2024 ਨੂੰ ਲੰਡਨ ਵਿੱਚ ਕੀਤਾ ਗਿਆ ਸੀ। ਇਹ ਵਕਾਰੀ ਸਾਲਾਨਾ ਸੂਚੀ ਉਹਨਾਂ ਵਿਅਕਤੀ ਦਾ ਜਸ਼ਨ ਮਨਾਉਂਦੀਆਂ ਹੈ ਜਿਨ੍ਹਾਂ ਨੇ ਜਨਤਕ ਸੇਵਾ, ਸਿਹਤ ਸੰਭਾਲ ਅਤੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਅਸਾਧਾਰਨ ਯੋਗਦਾਨ ਪਾਇਆ ਹੈ। ਕੰਜ਼ਰਵੇਟਿਵ ਸੰਸਦ ਮੈਂਬਰ ਰਾਨੀਲ ਮੈਲਕਮ ਜੈਵਰਧਨ, ਜਿਨ੍ਹਾਂ ਕੋਲ ਸ਼੍ਰੀਲੰਕਾ ਅਤੇ ਭਾਰਤੀ ਵਿਰਾਸਤ ਹੈ, ਉਹਨਾਂ ਦੀ ਸ਼ਾਨਦਾਰ ਰਾਜਨੀਤਿਕ ਅਤੇ ਜਨਤਕ ਸੇਵਾ ਲਈ ਨਾਈਟਹੁੱਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹ ਇਹ ਸਨਮਾਨ ਇੰਗਲੈਂਡ ਦੀ ਪੁਰਸ਼ ਫੁੱਟਬਾਲ ਟੀਮ ਦੇ ਹਾਲ ਹੀ ਵਿੱਚ ਅਸਤੀਫਾ ਦੇਣ ਵਾਲੇ ਮੈਨੇਜਰ ਗੈਰੇਥ ਸਾਊਥਗੇਟ ਨਾਲ ਸਾਂਝਾ ਕਰਦੇ ਹਨ, ਜਿਨ੍ਹਾਂ ਨੂੰ ਖੇਡ ਵਿੱਚ ਉਹਨਾਂ ਦੇ ਯੋਗਦਾਨ ਲਈ ਮਾਨਤਾ ਦਿੱਤੀ ਜਾ ਰਹੀ ਹੈ। ਸੂਚੀ ਵਿੱਚ 1200 ਵੱਧ ਪ੍ਰਾਪਤਕਰਤਾ ਸ਼ਾਮਲ ਹਨ, ਜਿਨ੍ਹਾਂ ਵਿੱਚ ਖੇਡ, ਸਿਹਤ ਸੰਭਾਲ, ਅਕੈਡਮਿਕ ਅਤੇ ਸਵੈ ਇੱਛਿਤ ਸੇਵਾ ਦੇ ਖੇਤਰਾਂ ਦੇ ਬਹੁਤ ਸਾਰੇ ਰੋਲ ਮਾਡਲ ਹਨ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਨਮਾਨਿਤ ਵਿਅਕਤੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ਹਰ ਰੋਜ਼ ਆਮ ਲੋਕ ਬਾਹਰ ਜਾਂਦੇ ਹਨ ਅਤੇ ਆਪਣੇ ਭਾਈਚਾਰਿਆਂ ਲਈ ਅਸਾਧਾਰਨ ਕੰਮ ਕਰਦੇ ਹਨ। ਉਹ ਯੂਕੇ ਦੇ ਸਭ ਤੋਂ ਵਧੀਆ ਅਤੇ ਸੇਵਾ ਦੇ ਉਸ ਮੂਲ ਨੂੰ ਦਰਸਾਉਂਦੇ ਹਨ ਜਿਸ ਨੂੰ ਮੈਂ ਇਸ ਸਰਕਾਰ ਦੇ ਹਰ ਕੰਮ ਦੇ ਕੇਂਦਰ ਵਿੱਚ ਰੱਖਦਾ ਹਾਂ। ਕਮਾਂਡਰ ਆਫ ਦਾ ਆਰਡਰ ਆਫ ਦਾ ਬ੍ਰਿਟਿਸ਼ ਅੰਪਾਇਰ ਦੇ ਖਿਤਾਬ ਨਾਲ ਸਨਮਾਨਿਤ ਕੀਤੇ ਜਾਣ ਵਾਲਿਆਂ ਵਿੱਚ ਸਤਵੰਤ ਕੌਰ ਦਿਓਲ ਨੂੰ ਸਿੱਖਿਆ ਲਈ ਉਹਨਾਂ ਦੀਆਂ ਸੇਵਾਵਾਂ ਲਈ, ਚਾਰਲਸ ਪ੍ਰੀਤਮ ਸਿੰਘ ਧਨੋਵਾ ਨੂੰ ਮੁਕਾਬਲੇਬਾਜ਼ੀ ਕਾਨੂੰਨ ਵਿੱਚ ਯੋਗਦਾਨ ਲਈ OBE ਅਤੇ ਪ੍ਰੋਫੈਸਰ ਸਨੇਹ ਖੇਮਕਾ ਨੂੰ ਸਿਹਤ ਸੰਭਾਲ ਅਤੇ ਨਵੀਨਤਾ ਵਿੱਚ ਉਹਨਾਂ ਦੇ ਕੰਮ ਲਈ ਸ਼ਾਮਲ ਹਨ।
ਚੈਨਲ ਦੀ ਗਲੋਬਲ CEO ਲੀਨਾ ਨਾਇਰ ਨੂੰ ਪ੍ਰਚੂਨ ਅਤੇ ਖਪਤਕਾਰ ਖੇਤਰਾਂ ਤੇ ਉਹਨਾਂ ਦੇ ਮਹੱਤਵਪੂਰਨ ਪ੍ਰਭਾਵ ਲਈ CBE ਪ੍ਰਾਪਤ ਹੋਵੇਗਾ। ਹੋਰ ਮਹੱਤਵਪੂਰਨ CBE ਪ੍ਰਾਪਤਕਰਤਾਵਾਂ ਵਿੱਚ ਕਰਮਵਾਰ ਬ੍ਰਿਟਿਸ਼ ਕੰਪਿਊਟਿੰਗ ਸੁਸਾਇਟੀ ਦੇ ਪ੍ਰਧਾਨ ਮਯੰਕ ਪ੍ਰਕਾਸ਼ ਅਤੇ ਨੈਸ਼ਨਲ ਡੇ ਨਰਸਰੀ ਐਸੋਸੀਏਸ਼ਨ ਦੇ CEO ਪੂਰਨਿਮਾ ਮੂਰਤੀ OBE ਸ਼ਾਮਲ ਹਨ। ਇਸ ਸੂਚੀ ਵਿੱਚ ਆਰਡਰ ਆਫ ਦ ਬ੍ਰਿਟਿਸ਼ ਐਮਪਾਇਰ ਯਾਨੀ OBE ਦੇ ਅਧਿਕਾਰੀ ਵੀ ਸ਼ਾਮਲ ਹਨ, ਜਿਵੇਂ ਕਿ ਕਾਰਡੀਓਲੋਜਿਸਟ ਪ੍ਰੋਫੈਸਰ ਸੰਜੇ ਆਰਿਆ, ਜਿਨ੍ਹਾਂ ਨੂੰ ਉਹਨਾਂ ਦੀਆਂ ਸਿਹਤ ਸੇਵਾਵਾਂ ਲਈ ਮਾਨਤਾ ਪ੍ਰਾਪਤ ਹੈ, ਅਤੇ ਆਕਸਫੋਰਡ ਯੂਨੀਵਰਸਿਟੀ ਵਿੱਚ ਅਰਲੀ ਮਾਡਰਨ ਲਿਟਰੇਚਰ ਐਂਡ ਕਲਚਰ ਵਿੱਚ ਉਹਨਾਂ ਦੀ ਖੋਜ ਲਈ ਸਨਮਾਨਿਤ ਪ੍ਰੋਫੈਸਰ ਨੰਦਨੀ ਦਾਸ। ਆਈਸਲੈਂਡ ਫੂਡਸ ਦੇ CEO ਤਰਸੇਮ ਸਿੰਘ ਧਾਲੀਵਾਲ ਦੁਆਰਾ ਪ੍ਰਚੂਨ ਅਤੇ ਚੈਰੀਟੇਬਲ ਯੋਗਦਾਨਾਂ ਨੂੰ ਵੀ OBE ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜੈਸਮੀਨ ਟੋਟੀਵਾਲਾ ਨੂੰ ਪ੍ਰਸਾਰਣ ਵਿੱਚ ਉਸਦੇ ਕੰਮ ਅਤੇ ਸਮਾਨਤਾ ਅਤੇ ਵਿਭਿੰਨਤਾ ਦੀ ਵਕਾਲਤ ਕਰਨ ਲਈ ਮਾਨਤਾ ਦਿੱਤੀ ਜਾ ਰਹੀ ਹੈ, ਜਦਕਿ ਮਹਿਲਾ ਅੰਤਰਰਾਸ਼ਟਰੀ ਸ਼ਿਪਿੰਗ ਅਤੇ ਵਪਾਰ ਐਸੋਸੀਏਸ਼ਨ UK ਦੀ ਪ੍ਰਧਾਨ ਮੋਨਿਕਾ ਕੋਹਲੀ ਨੂੰ ਸਮੁੰਦਰੀ ਉਦਯੋਗ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਉਸਦੇ ਯਤਨਾਂ ਲਈ OBE ਪ੍ਰਾਪਤ ਹੋਇਆ ਹੈ। ਮਨਦੀਪ ਕੌਰ ਸੰਘੇੜਾ, ਸਵਰਾਜ ਸਿੰਘ ਸਿੱਧੂ ਅਤੇ ਸਮ੍ਰਿਤੀ ਸ਼੍ਰੀਰਾਮ ਵਰਗੇ ਪਰਉਪਕਾਰੀ ਅਤੇ ਪੇਸ਼ੇਵਰ ਵੀ ਉਹਨਾਂ ਦੇ ਜਨਤਕ ਸੇਵਾ ਯੋਗਦਾਨਾਂ ਲਈ OBE ਪ੍ਰਾਪਤ ਕਰਨਗੇ। ਕੁੱਲ ਮਿਲਾ ਕੇ ਇਸ ਸਾਲ ਦੇ ਪ੍ਰਾਪਤਕਰਤਾਵਾਂ ਵਿੱਚੋਂ 54% ਨੇ ਸਵੈ ਇੱਛਿਤ ਜਾਂ ਤਨਖਾਹ ਵਾਲੀਆਂ ਸਮਰੱਥਾਵਾਂ ਵਿੱਚ ਸ਼ਾਨਦਾਰ ਭਾਈਚਾਰਕ ਕੰਮ ਦਾ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ਵਿੱਚੋਂ 12% ਨਸਲੀ ਘੱਟ ਗਿਣਤੀ ਪਿਛੋਕੜ ਨਾਲ ਸੰਬੰਧਿਤ ਹਨ। ਕੈਬਨਿਟ ਦਫ਼ਤਰ ਮੰਤਰੀ ਨੇ ਆਪਣੀਆਂ ਵਧਾਈਆਂ ਪ੍ਰਗਟ ਕਰਦੇ ਹੋਏ ਕਿਹਾ, ਇਸ ਸਾਲ ਦੀ ਨਵੇਂ ਸਾਲ ਦੇ ਸਨਮਾਨ ਸੂਚੀ ਉਹਨਾਂ ਅਣਗਿਣਤ ਨਾਇਕਾਂ ਦਾ ਜਸ਼ਨ ਮਨਾਉਂਦੀ ਹੈ ਜੋ UK ਭਰ ਵਿੱਚ ਆਪਣੇ ਭਾਈਚਾਰਿਆਂ ਲਈ ਨਿਸਵਾਰਥ ਯੋਗਦਾਨ ਪਾਉਂਦੇ ਹਨ। UK ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਸਨਮਾਨਿਤ ਵਿਅਕਤੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ਇਹ ਵਿਅਕਤੀ ਸੇਵਾ ਅਤੇ ਉੱਤਮਤਾ ਦੇ ਮੁੱਖ ਮੁੱਲਾਂ ਨੂੰ ਦਰਸਾਉਂਦੇ ਹਨ ਜੋ UK ਨੂੰ ਪ੍ਰਭਾਸ਼ਿਤ ਕਰਦੇ ਹਨ। ਉਹਨਾਂ ਦੇ ਅੰਤਕ ਯਤਨ ਸਾਡੇ ਭਾਈਚਾਰਿਆਂ ਨੂੰ ਬਿਹਤਰ ਬਣਾਉਂਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਹਨ। ਅਹਿਮਦ ਮਕਬੂਲ ਸੈਯਦ ਅਤੇ ਰੂਪੇਸ਼ ਚੰਦਰ ਚਿੰਤਾਕਿੰਡੀ, ਦੋ ਭਾਰਤੀ ਨਾਗਰਿਕਾਂ ਤੇ ਐਰੀਜ਼ੋਨਾ ਵਿੱਚ ਇੱਕ ਦੇਸ਼ ਵਿਆਪੀ ਘੁਟਾਲੇ ਵਿੱਚ ਉਹਨਾਂ ਦੀ ਭੂਮਿਕਾ ਲਈ ਦੋਸ਼ ਲਗਾਇਆ ਗਿਆ, ਜਿਸ ਨੇ ਬਜ਼ੁਰਗ ਅਮਰੀਕੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇੱਕ ਬਿਆਨ ਵਿੱਚ ਐਰੀਜ਼ੋਨਾ ਜ਼ਿਲ੍ਹੇ ਲਈ ਸੰਯੁਕਤ ਰਾਜ ਦੇ ਅਟਾਰਨੀ ਦਫ਼ਤਰ ਨੇ ਐਲਾਨ ਕੀਤਾ, ਤਕਨੀਕੀ ਸਹਾਇਤਾ ਯੋਜਨਾ ਵਿੱਚ ਭਾਗੀਦਾਰਾਂ ਤੇ ਧੋਖਾਧੜੀ ਵਾਲੇ ਪੈਸੇ ਨੂੰ ਲਾਂਡਰ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ। ਟਕਸਨ ਵਿੱਚ ਇੱਕ ਸੰਘੀ ਗ੍ਰੈਂਡ ਜੂਰੀ ਦੁਆਰਾ ਲਗਾਏ ਗਏ ਇਸ ਮੁੱਦੇ ਤੇ ਜ਼ਿਕਰ ਕੀਤੇ ਗਏ ਦੋਸ਼ਾਂ ਵਿੱਚ ਦੋਸ਼ ਲਗਾਇਆ ਗਿਆ ਕਿ ਸੈਯਦ ਅਤੇ ਚਿੰਤਾਕਿੰਡੀ ਨੇ ਮਨੀ ਲਾਂਡਰਿੰਗ ਕਰਨ ਦੀ ਸਾਜ਼ਿਸ਼ ਰਚੀ ਸੀ। ਇਸ ਤੋਂ ਇਲਾਵਾ ਸੈਯਦ ਤੇ ਵਾਇਰ ਧੋਖਾਧੜੀ ਕਰਨ ਦੀ ਸਾਜ਼ਿਸ਼ ਦੇ ਇੱਕ ਵੱਖਰੇ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ। ਦੋਸ਼ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੈਯਦ, ਚਿੰਤਾਕਿੰਡੀ ਅਤੇ ਹੋਰਾਂ ਨੇ ਮਿਲ ਕੇ ਅਮਰੀਕਾ ਭਰ ਵਿੱਚ ਬਜ਼ੁਰਗ ਪੀੜਤਾਂ ਨੂੰ ਧੋਖਾ ਦੇਣ ਲਈ ਵੱਡੀ ਮਾਤਰਾ ਵਿੱਚ ਪੈਸੇ ਕਢਵਾਉਣ, ਸੋਨਾ ਖਰੀਦਣ ਅਤੇ ਗਿਫਟ ਕਾਰਡ ਖਰੀਦਣ ਲਈ ਕੰਮ ਕੀਤਾ। ਇਹ ਘੁਟਾਲਾ ਪੀੜਤਾਂ ਦੇ ਕੰਪਿਊਟਰਸ ਤੇ ਇੱਕ ਪੌਪਅਪ ਨਾਲ ਸ਼ੁਰੂ ਹੋਇਆ, ਜਿਸ ਵਿੱਚ ਝੂਠਾ ਦਾਅਵਾ ਕੀਤਾ ਗਿਆ ਸੀ ਕਿ ਉਹਨਾਂ ਦੇ ਸਿਸਟਮ ਹੈਕ ਹੋ ਗਏ ਹਨ। ਫਿਰ ਪੀੜਤਾਂ ਨੂੰ ਜਾਲੀ ਤਕਨੀਕੀ ਸਹਾਇਤਾ ਜਾਂ ਸਰਕਾਰੀ ਪ੍ਰਤੀਨਿਧੀਆਂ ਵੱਲ ਭੇਜਿਆ ਗਿਆ, ਜੋ ਉਹਨਾਂ ਨੂੰ ਯਕੀਨ ਦਿਵਾਉਂਦੇ ਸਨ ਕਿ ਉਹਨਾਂ ਦੇ ਖਾਤਿਆਂ ਨਾਲ ਸਮਝੌਤਾ ਕੀਤਾ ਗਿਆ ਹੈ। ਘੁਟਾਲੇਬਾਜ਼ਾਂ ਨੇ ਪੀੜਤਾਂ ਨੂੰ ਕਿਹਾ ਕਿ ਉਹ ਨਕਦੀ ਕਢਵਾ ਕੇ, ਸੋਨਾ ਖਰੀਦ ਕੇ ਅਤੇ ਇੱਥੋਂ ਤੱਕ ਕਿ ਬਿਟਕੋਇਨ ATM ਦੀ ਵਰਤੋਂ ਕਰਕੇ ਆਪਣੇ ਪੈਸੇ ਦੀ ਰੱਖਿਆ ਕਰਨ। ਉਹਨਾਂ ਨੂੰ ਗਿਫਟ ਕਾਰਡ ਖਰੀਦਣ ਅਤੇ ਕਾਰਡ ਨੰਬਰ ਧੋਖੇਬਾਜ਼ਾਂ ਨੂੰ ਭੇਜਣ ਲਈ ਵੀ ਕਿਹਾ ਗਿਆ ਸੀ। ਇਸ ਸਕੀਮ ਨੇ ਬਹੁਤ ਸਾਰੇ ਪੀੜਤਾਂ ਨੂੰ ਵਿੱਤੀ ਤੌਰ ਤੇ ਬਰਬਾਦ ਕਰ ਦਿੱਤਾ। ਸੈਯਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸਦੇ ਮੁਕੱਦਮੇ ਤੱਕ ਹਿਰਾਸਤ ਵਿੱਚ ਰੱਖਿਆ ਜਾ ਰਿਹਾ। ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਦੋਵਾਂ ਦੋਸ਼ਾਂ ਦੇ ਨਤੀਜੇ ਵਜੋਂ 20 ਸਾਲ ਤੱਕ ਦੀ ਕੈਦ ਅਤੇ $2,50,000 ਦਾ ਜੁਰਮਾਨਾ ਹੋ ਸਕਦਾ ਹੈ। ਐਰੀਜ਼ੋਨਾ, ਇਲੀਨੋਇਸ, ਵਿਸਕਾਂਸਿਨ, ਟੈਕਸਾਸ ਅਤੇ ਇੰਡੀਆਨਾ ਸਮੇਤ ਕਈ ਰਾਜਾਂ ਤੋਂ FBI ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਨੇ ਜਾਂਚ ਤੇ ਕੰਮ ਕੀਤਾ ਹੈ। ਐਰੀਜ਼ੋਨਾ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਦਫ਼ਤਰ ਕੇਸ ਨੂੰ ਸੰਭਾਲ ਰਿਹਾ ਹੈ। ਨਵੇਂ ਸਾਲ ਦੇ ਪਹਿਲੇ ਦਿਨ ਅਮਰੀਕਾ ਦੇ ਨਿਊ ਓਰਲੀਨਜ਼ ਵਿੱਚ ਇੱਕ ਭਿਆਨਕ ਘਟਨਾ ਸਾਹਮਣੇ ਆਈ, ਜਿਸ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ। ਇਹ ਘਟਨਾ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਹੈ। ਨਿਊ ਓਰਲੀਨਜ਼ ਵਿੱਚ ਨਵੇਂ ਸਾਲ ਦੇ ਦਿਨ ਵਾਪਰੀ ਇੱਕ ਘਟਨਾ ਕਈ ਮਾਸੂਮ ਜਾਨਾਂ ਲਈ ਘਾਤਕ ਸਾਬਤ ਹੋਈ। ਦਰਅਸਲ ਇੱਕ ਪਿਕਅਪ ਟਰੱਕ ਭੀੜ ਵਿੱਚ ਵੜ ਗਿਆ ਅਤੇ ਲੋਕਾਂ ਨੂੰ ਕੁਚਲ ਦਿੱਤਾ। ਘਟਨਾ ਦੌਰਾਨ ਡਰਾਈਵਰ ਨੇ ਭੀੜ ਤੇ ਫਾਇਰਿੰਗ ਵੀ ਕੀਤੀ। ਨਿਊ ਓਰਲੀਨਜ਼ ਦੇ ਮੇਅਰ ਨੇ ਕਿਹਾ ਕਿ ਨਵੇਂ ਸਾਲ ਦੇ ਦਿਨ ਇੱਕ ਕਾਰ ਭੀੜ ਵਿੱਚ ਟਕਰਾ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ।
ਇੱਕ ਅੱਤਵਾਦੀ ਹਮਲਾ ਸੀ। ਇਹ ਘਟਨਾ ਨਿਊ ਓਰਲੀਨਜ਼ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੇ ਅੰਤ ਵਿੱਚ ਵਾਪਰੀ ਅਤੇ ਆਲ ਸਟੇਟ ਬਾਊਲ ਦੀ ਸ਼ੁਰੂਆਤ ਤੋਂ ਕੁਝ ਘੰਟੇ ਪਹਿਲਾਂ ਸ਼ਹਿਰ ਦੇ ਸੀਜ਼ਰਸ ਸੁਪਰਡੋਮ ਵਿੱਚ ਆਯੋਜਿਤ ਇੱਕ ਕਾਲਜ ਫੁੱਟਬਾਲ ਕੁਆਰਟਰ ਫਾਈਨਲ ਜਿਸ ਵਿੱਚ ਹਜ਼ਾਰਾਂ ਲੋਕਾਂ ਦੀ ਹਾਜ਼ਰ ਹੋਣ ਦੀ ਉਮੀਦ ਸੀ। FBI ਨੇ ਦੱਸਿਆ ਕਿ ਕਾਰ ਸਵਾਰ ਦੀ ਪਛਾਣ 42 ਸਾਲ ਦੇ ਸ਼ਮਸੁਦੀਨ ਜਵਾਰ ਵਜੋਂ ਹੋਈ ਹੈ। ਉਹ ਅਮਰੀਕਾ ਦੇ ਟੈਕਸਾਸ ਦਾ ਰਹਿਣ ਵਾਲਾ ਸੀ। ਫਿਲਹਾਲ ਇਸ ਹਾਦਸੇ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ। FBI ਨੇ ਕਿਹਾ ਕਿ ਜਬਰ ਫੋਰਡ ਪਿਕਅਪ ਟਰੱਕ ਚਲਾ ਰਿਹਾ ਸੀ ਜੋ ਸ਼ਾਇਦ ਕਿਰਾਏ ਤੇ ਲਿਆ ਗਿਆ ਸੀ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਗੱਡੀ ਉਸ ਤੱਕ ਕਿਵੇਂ ਪਹੁੰਚੀ। FBI ਨੇ ਦੱਸਿਆ ਕਿ ਜਵਾਰ ਦੀ ਕਾਰ ਚੋਂ ISIS ਦਾ ਝੰਡਾ, ਹਥਿਆਰ ਅਤੇ ਸੰਭਾਵਿਤ ਵਿਸਫੋਟਕ ਉਪਕਰਨ ਮਿਲੇ ਹਨ। ਇਸ ਦੌਰਾਨ ਇਹ ਅੱਤਵਾਦੀ ਮਕਸਦ ਨਾਲ ਜੋੜੇ ਜਾਣ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਅਜੇ ਵੀ FBI ਦੀ ਜਾਂਚ ਜਾਰੀ ਹੈ। ਇਸ ਮਾਮਲੇ ਦਾ ਅੱਤਵਾਦੀ ਪੱਖ ਸਪਸ਼ਟ ਹੋਣ ਲਈ ਹੋਰ ਤੱਥਾਂ ਦੀ ਪ੍ਰਤੀਕਸ਼ਾ ਹੈ। ਹਮਲੇ ਦੀ ਰੂਪਰੇਖਾ ਸਥਾਨਕ ਨਿਵਾਸੀਆਂ ਤੇ ਸੰਸਾਰ ਦੇ ਸੈਲਾਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਾਸ ਵੇਗਾਸ ਸਥਿਤ ਹੋਟਲ ਦੇ ਬਾਹਰ ਇੱਕ ਟੈਸਲਾ ਸਾਈਬਰ ਟਰੱਕ ਵਿੱਚ ਧਮਾਕਾ ਹੋਣ ਕਾਰਨ ਉਸ ਵਿੱਚ ਸਵਾਰ ਇੱਕ ਸ਼ੱਕੀ ਵਿਅਕਤੀ ਦੀ ਮੌਤ ਹੋ ਗਈ ਅਤੇ ਇਸ ਘਟਨਾ ਦੇ ਅੱਤਵਾਦ ਨਾਲ ਜੁੜੇ ਹੋਣ ਦੀ ਖਦਸ਼ੇ ਦੇ ਮੱਦੇਨਜ਼ਰ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਗਈ ਹੈ। ਟੈਸਲਾ ਸਾਈਬਰ ਟਰੱਕ ਵਿੱਚ ਮੋਟਾਰ ਅਤੇ ਈਂਧਨ ਦੇ ਡੱਬੇ ਰੱਖੇ ਹੋਏ ਸਨ। ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਅਤੇ ਕਲਾਰਕ ਕਾਉਂਟੀ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਵਾਹਨ ਦੇ ਅੰਦਰ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਰਾਹਗੀਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਅਧਿਕਾਰੀਆਂ ਨੇ ਦੁਪਹਿਰ ਨੂੰ ਇੱਥੇ ਵਾਹਨ ਤੋਂ ਲਾਸ਼ ਨੂੰ ਬਾਹਰ ਕੱਢਿਆ ਅਤੇ ਅੰਦਰ ਮੌਜੂਦ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਰਾਸ਼ਟਰਪਤੀ ਜੋ ਬਾਈਡਨ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਲਾਸ ਵੇਗਾਸ ਵਿੱਚ FBI ਦਫ਼ਤਰ ਦੇ ਇੱਕ ਅਧਿਕਾਰੀ ਨੇ ਇਸ ਬਾਰੇ ਕਿਹਾ ਕਿ ਸਾਡਾ ਪਹਿਲਾ ਟੀਚਾ ਇਸ ਘਟਨਾ ਵਿੱਚ ਸ਼ਾਮਲ ਵਿਅਕਤੀ ਦੀ ਪਛਾਣ ਕਰਨਾ ਹੈ ਅਤੇ ਇਸ ਤੋਂ ਬਾਅਦ ਪਤਾ ਲਗਾਇਆ ਜਾਵੇਗਾ ਕਿ ਕਿਤੇ ਇਹ ਕੋਈ ਅੱਤਵਾਦੀ ਘਟਨਾ ਤਾਂ ਨਹੀਂ ਸੀ। ਪੁਲਿਸ ਵਿਭਾਗ ਦੇ ਸ਼ੈਰਿਫ ਕੈਵਿਨ ਮੈਕਮਹਿਲ ਨੇ ਕਿਹਾ ਹੈ ਕਿ ਅਧਿਕਾਰੀਆਂ ਨੇ ਪਤਾ ਲਗਾਇਆ ਲਿਆ ਹੈ ਕਿ ਕੋਲੋਰਾਡੋ ਵਿੱਚ ਟੂਰੋ ਆਨਲਾਈਨ ਐਪ ਰਾਹੀਂ ਕਿਸ ਨੇ ਇਹ ਵਾਹਨ ਕਿਰਾਏ ਤੇ ਲਿਆ ਸੀ, ਪਰ ਜਾਂਚ ਤੋਂ ਬਾਅਦ ਹੀ ਵਿਅਕਤੀ ਦੇ ਬਾਰੇ ਵਿੱਚ ਕੁਝ ਜਾਣਕਾਰੀ ਦਿੱਤੀ ਜਾਵੇਗੀ। ਮੈਕਮਹਿਲ ਨੇ ਕਿਹਾ ਕਿ ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲੋਨ ਮਸਕ ਨੇ ਟੈਸਲਾ ਦੇ ਚਾਰਜਿੰਗ ਸਟੇਸ਼ਨ ਤੋਂ CCTV ਫੁਟੇਜ ਉਪਲਬਧ ਕਰਵਾਏ ਹਨ ਜਿਸ ਨਾਲ ਜਾਂਚ ਵਿੱਚ ਮਦਦ ਮਿਲੇਗੀ। ਓਨਟਾਰੀਓ ਵਿੱਚ ਨਵਾਂ ਵਰ੍ਹਾ ਚੜ੍ਹਦਿਆਂ ਹੀ ਇਮੀਗ੍ਰੇਸ਼ਨ ਅਤੇ ਟ੍ਰੈਫਿਕ ਰੂਲਸ ਸਣੇ ਕਈ ਨਵੇਂ ਕਾਨੂੰਨ ਲਾਗੂ ਹੋ ਗਏ। ਨਵੇਂ ਇਮੀਗ੍ਰੇਸ਼ਨ ਐਕਟ ਅਧੀਨ ਠੱਗ ਸਲਾਹਕਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜੋ ਨਵੇਂ ਆਏ ਪ੍ਰਵਾਸੀਆਂ ਦੀ ਵੱਡੇ ਪੱਧਰ ਤੇ ਲੁੱਟ ਕਰਦੇ ਹਨ। ਇਸ ਦੇ ਨਾਲ ਹੀ ਸੜਕ ਹਾਦਸਿਆਂ ਦੌਰਾਨ $5000 ਦਾ ਨੁਕਸਾਨ ਹੋਣ ਤੇ ਹੀ ਪੁਲਿਸ ਨੂੰ ਰਿਪੋਰਟ ਕਰਨਾ ਲਾਜ਼ਮੀ ਹੋਵੇਗਾ, ਜਦਕਿ ਪਹਿਲਾਂ $2000 ਦੇ ਨੁਕਸਾਨ ਦੀ ਹੱਦਬੰਦੀ ਚੱਲ ਰਹੀ ਸੀ। ਡਗ ਫੋਰਡ ਸਰਕਾਰ ਵੱਲੋਂ ਉਹਨਾਂ ਚਾਈਲਡ ਕੇਅਰ ਸੈਂਟਰਾਂ ਵਿੱਚ ਰੋਜ਼ਾਨਾ ਫੀਸ $22 ਤੱਕ ਸੀਮਿਤ ਕਰ ਦਿੱਤੀ ਗਈ ਹੈ ਜੋ ਫੈਡਰਲ ਸਰਕਾਰ ਦੇ $10 ਰੋਜ਼ਾਨਾ ਖਰਚੇ ਵਾਲੀ ਯੋਜਨਾ ਵਿੱਚ ਸ਼ਾਮਲ ਹਨ। ਚਾਈਲਡ ਕੇਅਰ ਦੀ ਫੀਸ 2020 ਦੀਆਂ ਦਰਾਂ ਦੇ ਮੁਕਾਬਲੇ 59% ਦੀ ਹੇਠਾਂ ਆਈ ਹੈ ਅਤੇ ਅਗਲੇ ਸਾਲ $19 ਰੋਜ਼ਾਨਾ ਤੱਕ ਜਾ ਸਕਦੀ ਹੈ। ਹਾਈਵੇ ਟ੍ਰੈਫਿਕ ਐਕਟ ਦਾ ਜ਼ਿਕਰ ਕੀਤਾ ਜਾਵੇ ਤਾਂ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਡਰਾਈਵਰਾਂ, ਕਮਰਸ਼ੀਅਲ ਵਹੀਕਲ ਆਪਰੇਟਰਾਂ ਅਤੇ ਪੁਲਿਸ ਉੱਤੇ ਪੈਣ ਵਾਲੇ ਵਾਧੂ ਦਬਾਅ ਨੂੰ ਘਟਾਉਣ ਦੇ ਲਈ ਟੱਕਰ ਹੋਣ ਦੀ ਸੂਰਤ ਵਿੱਚ $5000 ਤੋਂ ਵੱਧ ਨੁਕਸਾਨ ਬਾਰੇ ਹੀ ਪੁਲਿਸ ਨੂੰ ਇਤਲਾਹ ਦੇਣੀ ਹੋਵੇਗੀ। ਦੂਜੇ ਪਾਸੇ ਓਨਟਾਰੀਓ ਦੇ ਇਮੀਗ੍ਰੇਸ਼ਨ ਮੰਤਰੀ ਡੇਵਿਡ ਪਿਕਨੀ ਨੇ ਦੱਸਿਆ ਕਿ ਨਵਾਂ ਕਾਨੂੰਨ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਅਧੀਨ ਆਉਣ ਵਾਲੀਆਂ ਅਰਜ਼ੀਆਂ ਦੁਆਲੇ ਕੇਂਦਰਿਤ ਹੋਵੇਗਾ। ਨਵੇਂ ਕਾਨੂੰਨ ਵਿੱਚ ਕੋਤਾਹੀ ਕਰਨ ਵਾਲੇ ਇਮੀਗ੍ਰੇਸ਼ਨ ਸਲਾਹਕਾਰਾਂ ਉੱਤੇ 3 ਸਾਲ ਤੋਂ 10 ਸਾਲ ਦੀ ਪਾਬੰਦੀ ਅਤੇ ਮਨੁੱਖੀ ਤਸਕਰੀ ਜਾਂ ਪਾਸਪੋਰਟ ਰੱਖਣ ਵਾਲੇ ਗੰਭੀਰ ਅਪਰਾਧ ਕਰਨ ਵਾਲਿਆਂ ਲਈ ਉਮਰ ਭਰ ਦੀ ਪਾਬੰਦੀ ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ ਗਲਤ ਜਾਣਕਾਰੀ ਦੇਣ ਵਾਲੇ ਨੂੰ ਜੁਰਮਾਨੇ ਦੀ ਰਕਮ $2000 ਤੋਂ ਵਧਾ ਕੇ $10000 ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਮਿਊਨਿਸਪਲ ਮਾਮਲਿਆਂ, ਹਾਊਸਿੰਗ ਖੇਤਰ ਨਾਲ ਸੰਬੰਧਿਤ ਤਬਦੀਲੀਆਂ ਵੀ ਲਾਗੂ ਹੋ ਗਈਆਂ ਹਨ। ਇਹ ਸਾਂਝੀ ਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ।